ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਹਰਜੀਤ ਭਾਸਕਰ ਜੀ। ਭਾਸਕਰ ਸਾਹਿਬ, ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਗੱਲਾਂ ਤੇ ਸਧਾਰਨ ਹੁੰਦੀਆਂ, ਅਰਥ ਵੱਡੇ ਰੱਖਦੀਆਂ। ਇੱਕ ਕਾਲਾ ਬਾਜ਼ਾਰ ਹੁੰਦਾ ਹੈ ਜਿਹਨੂੰ ਸੱਟਾ ਬਾਜ਼ਾਰ ਕਹਿੰਦੇ, ਉਹਦੇ ਵਿੱਚ ਵੀ ਬੋਲੀ ਲੱਗਦੀ ਹੈ ਇਲੈਕਸ਼ਨਾਂ ਦੇ ਨਤੀਜਿਆਂ ਦੀ। ਮੈਨੂੰ ਤਾਂ ਬਹੁਤਾ ਇਹਦਾ ਪਤਾ ਨਹੀਂ, ਲੇਕਿਨ ਖਬਰਾਂ ਜਿੱਦਾਂ ਛਣ ਕੇ ਆਉਂਦੀਆਂ ਰਹਿੰਦੀਆਂ, ਕਿਉਂਕਿ ਅੱਜ ਕੱਲ੍ਹ ਪੰਜਾਬੀਆਂ ਦੀ ਦਿਲਚਸਪੀ ਚੋਣ ਨਤੀਜਿਆਂ 'ਚ ਹੈ, ਸਰਕਾਰ ਕਿਹਦੀ ਬਣੂ ਇਹਦੇ 'ਚ ਆ। ਤਾਂ ਜਿਹੜੀ ਖਬਰ ਇਸ ਤਰ੍ਹਾਂ ਦੀ ਹੁੰਦੀ ਆ ਉਹਦੇ ਤੇ ਚਰਚਾ ਕਰਨੀ ਕੋਈ ਗੈਰ ਵਾਜਬ ਨਹੀਂ, ਕਿਉਂਕਿ ਕਹਿੰਦੇ ਜਿੱਥੇ ਵੀ ਭਾਵੇਂ ਉਹ ਕਾਲਾ ਹੀ ਕੰਮ ਹੈ, ਪੈਸਾ ਲੱਗਿਆ, ਉਹਨੂੰ ਲੋਕ ਬੜੀ ਇਮਾਨਦਾਰੀ ਨਾਲ ਕਰਦੇ ਹੁੰਦੇ ਆ। ਚਲੋ, ਇਹ ਬਣਦਾ ਤਾਂ ਨਹੀਂ ਕਰਨਾ, ਇਹ ਤੇ ਚਰਚਾ ਨਹੀਂ ਕਰਨੀ ਬਣਦੀ, ਪਰ ਆਪਾਂ ਇਹਦੇ ਤੇ ਚਰਚਾ ਕਰ ਲੈਂਦੇ ਆ ਥੋੜੀ ਜਿਹੀ ਕਿ ਉੱਥੇ ਇੰਨੀ ਦਿਨੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਾ ਰਹੀ ਹੈ, 62 ਤੋਂ 64 ਸੀਟਾਂ ਦਿੱਤੀਆਂ ਜਾ ਰਹੀਆਂ। ਕਾਂਗਰਸ ਹੌਲੀ ਹੌਲੀ 2-2 4-4 ਦਿਨ ਦੇ ਵਕਫੇ ਨਾਲ ਥੱਲੇ ਸਰਕਦੀ ਰਹੀ ਸੀਟਾਂ ਦੇ ਮਾਮਲੇ ਚੋਂ, ਤੇ ਅਕਾਲੀ ਦਲ ਅਜੇ ਵੀ, ਜਿਵੇਂ ਸਾਰੇ ਸਰਵੇ ਕਹਿੰਦੇ ਸੀ, ਤੀਜੇ ਨੰਬਰ ਤੇ ਖਲੋਤਾ ਨਜ਼ਰ ਆਉਂਦਾ ਹੈ। ਉਹ ਜਿਹੜੇ ਸੱਟਾ ਬਾਜ਼ਾਰ ਦੀ ਨਤੀਜਿਆਂ ਦੀ ਗਿਣਤੀ ਮਿਣਤੀ, ਉਹ ਬਦਲਾਅ ਦੇ ਹੱਕ 'ਚ ਭੁਗਤਦੀ ਹੈ। ਤੇ ਜਦੋਂ ਬਦਲਾਅ ਦੇ ਹੱਕ 'ਚ ਭੁਗਤਦੀ ਹੈ, ਮੈਨੂੰ ਉਹ ਵੀ ਯਾਦ ਆਉਂਦਾ ਦੌਰ, ਭਾਸਕਰ ਸਾਹਿਬ ਤੁਹਾਨੂੰ 92 ਯਾਦ ਹੋਣਾ, 2 ਕਰੋੜ ਲੋਕਾਂ 'ਚ ਪੰਜਾਬ ਦਿਆਂ ਦੇ ਵਿੱਚੋਂ ਸਿਰਫ 21 ਲੱਖ ਨੇ ਵੋਟ ਕੀਤਾ ਸੀਗਾ, ਤੇ ਇਲੈਕਸ਼ਨਾਂ ਵੀ 2 ਇਕੱਠੀਆਂ ਸੀ, ਵਿਧਾਨ ਸਭਾ ਦੀ ਤੇ ਪਾਰਲੀਮੈਂਟ ਦੀ। ਬੇਅੰਤ ਸਿੰਘ ਮੁੱਖ ਮੰਤਰੀ ਬਣ ਜਾਂਦੇ ਆ, ਭਾਵੇਂ ਉਹ ਸਰਕਾਰ ਪ੍ਰਵਾਨਿਤ ਸਰਕਾਰ ਨਾਮ ਹੀ ਮੰਨੋ, ਪਰ ਸਰਕਾਰ ਤਾਂ ਸਰਕਾਰ ਹੁੰਦੀ ਹੈ। ਤੇ ਤੁਹਾਨੂੰ ਯਾਦ ਹੋਣਾ ਕਿ ਉਸ ਤੋਂ ਪਹਿਲਾਂ ਗਵਰਨਰੀ ਰਾਜ ਸੀ। ਇਹ ਰਜੀਮ ਜਦੋਂ ਪੋਲੀਟੀਸ਼ੀਅਨ ਵਾਪਸ ਆਉਂਦੇ ਆ ਸੱਤਾ ਦੇ ਵਿੱਚ, ਤਾਂ ਅਫਸਰਾਂ ਨੂੰ ਸਮਝ ਨਾ ਆਵੇ ਵੀ ਇਹਨਾਂ ਨੂੰ ਹੁਣ ਝੱਲਣਾ ਕਿੱਦਾਂ, ਇਹਨਾਂ ਨੂੰ ਝੇਲਣਾ ਕਿੱਦਾਂ। ਸੋ ਜਦੋਂ ਇਹ ਸਵਾਲ ਖੜਾ ਹੋ ਗਿਆ, ਅਫਸਰ ਪਰੇਸ਼ਾਨ ਵੀ ਇਹ ਅਖੜ ਜੇ ਕੋਈ ਜੱਟ ਹੈ ਕੋਈ ਦੂਜਾ ਹੈ, ਤੇ ਇਹਨਾਂ ਨੂੰ ਬੋਲਬਾਣੀ ਵੀ ਖਰਵੀ, ਬੇਅੰਤ ਸਿੰਘ ਦੀ ਆਪਣੀ ਬੋਲਬਾਣੀ ਵੀ ਉਹ ਸਖਤ ਜਾਨ ਮੰਨੇ ਜਾਂਦੇ ਸੀ ਕਿ ਭਾਵੇਂ ਉਹਨਾਂ ਤੇ ਕਈ ਕੰਟਰੋਵਰਸੀਜ਼ ਨੇ ਨਾਲ। ਅਫਸਰ ਘਬਰਾਹਟ 'ਚ ਸੀਗੇ। KPS ਗਿੱਲ ਉਹਨਾਂ ਦਿਨਾਂ 'ਚ ਗਾਏ ਬਗਾਏ ਮੀਟਿੰਗ ਅਫਸਰਾਂ ਦੀ ਲੈਂਦੇ ਹੁੰਦੇ ਸੀ। ਫਿਰੋਜ਼ਪੁਰ ਦਾ ਸਥਾਨ ਹੈ, KPS ਗਿੱਲ ਦੀ ਮੀਟਿੰਗ ਦੇ ਵਿੱਚ ਅਫਸਰ ਬੈਠੇ ਆ, ਚਿੰਤਾ ਜ਼ਾਹਰ ਕਰਦੇ ਆ ਜੀ ਇਹ ਹੁਣ ਕਿੱਦਾਂ ਸਮਝੀਏ, ਇਹ ਹੁਣ ਸਮਝ ਨਹੀਂ ਆਉਂਦੀ ਵੀ ਕਿਵੇਂ ਅੱਗੇ ਵਧਣਾ ਹੈ, ਕਿਉਂਕਿ ਕਈ ਤਰ੍ਹਾਂ ਦੇ ਉਸ ਦੌਰ ਦੇ ਵਿੱਚ ਮੁਸ਼ਕਲਾਂ ਸੀਗੀਆਂ। KPS ਗਿੱਲ ਕਹਿੰਦਾ ਸਾਰੇ ਕਾਣੇ ਕਰ ਦਿਓ, ਜਦੋਂ ਕਾਣੇ ਕਰ ਦਿਓਗੇ ਫਿਰ ਬੋਲਣ ਜੋਗਾ ਹੀ ਕੋਈ ਨਹੀਂ ਰਹਿੰਦਾ ਹੁੰਦਾ। ਫਿਰ ਕਹਿੰਦੇ ਮੁੜ ਕੇ KPS ਗਿੱਲ ਦੀਆਂ ਮੀਟਿੰਗਸ ਦੇ ਵਿੱਚ ਸਰਦਾਰ ਬੇਅੰਤ ਸਿੰਘ ਆਪ ਵੀ ਚਲੇ ਜਾਂਦੇ ਹੁੰਦੇ ਸੀ ਗੈਸਟ ਹਾਊਸਾਂ 'ਚ। ਫਿਰ ਇੱਕ ਲਬੇੜੋ ਰਣਨੀਤੀ ਬਣਦੀ ਆ, ਤੇ ਉਹ ਲਬੇੜੋ ਰਣਨੀਤੀ ਦੇ ਵਿੱਚ ਤੁਹਾਨੂੰ ਪਤਾ MLAs ਨੂੰ 2-2 ਜਿਪਸੀਆਂ, ਗਨਮੈਨ, ਕਈ ਕੁਝ, ਫਿਰ ਸਾਰੇ ਹੀ ਇਸ ਹਮਾਮ 'ਚ ਨੰਗੇ। ਹੌਲੀ ਹੌਲੀ ਇਹ ਲਬੇੜੋ ਰਾਜਨੀਤੀ ਬਾਦਲ ਸਾਹਿਬ ਤੱਕ ਪਹੁੰਚ ਜਾਂਦੀ ਹੈ, ਉਹਨਾਂ ਨੂੰ ਜੇਲ੍ਹ ਤੱਕ ਦੀ ਯਾਤਰਾ ਕਰਨੀ ਪੈਂਦੀ। ਫਿਰ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਫਸਾ ਲੈਂਦੇ ਇਹਨਾਂ ਚੱਕਰਾਂ ਦੇ ਵਿੱਚ, ਉਹ ਵੀ ਮੁੜ ਕੇ ਮੁਕੱਦਮਿਆਂ 'ਚ ਰਹਿੰਦੇ ਆ। ਗੱਲ ਇੱਥੋਂ ਤੱਕ ਆ ਜਾਂਦੀ 2017 ਆਉਂਦੇ ਆਉਂਦੇ ਕਹਿੰਦੇ ਸੀ 77 ਨਾਲ ਆਏ ਆ, ਸਭ ਕੁਝ ਹੀ ਬਦਲ ਦਿਆਂਗੇ, 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਹੋ ਜੂ, ਸਾਰਾ ਕੁਝ ਹੋ ਜੂ। ਲੇਕਿਨ ਹੁਣ ਪਤਾ ਲੱਗਿਆ ਵੀ MLAs ਦੇ ਕੋਲ ਤਾਂ 27 ਗਨਮੈਨ ਵੀ ਕਿਤੇ ਕਿਤੇ ਬੈਠੇ ਆ, ਤੇ ਕਿੰਨੀਆਂ ਕਾਰਾਂ ਨੇ। ਇਹ ਸਹੂਲਤਾਂ ਭਾਜੀ ਮੋਹਦੀਆਂ ਨੇ, ਪਹੁੰਚਦੀਆਂ ਨੇ, ਦੂਰ ਨਹੀਂ ਜਾਣ ਦਿੰਦੀਆਂ ਸੱਤਾ ਨੂੰ। ਇਹ ਸਾਂਝਾਂ ਪੀੜ੍ਹੀਆਂ ਨੇ, ਇਹਨਾਂ ਨੂੰ ਤੋੜਿਆ ਨਹੀਂ ਜਾ ਸਕਦਾ। ਸਾਰੇ ਅਫਸਰ, ਸਾਰੇ ਪੋਲੀਟੀਸ਼ੀਅਨ ਇੱਕੋ ਜਿਹੇ ਨਹੀਂ, ਇਸ ਹਮਾਮ 'ਚ ਸਾਰੇ ਨੰਗੇ ਨਾ ਕਰੀਏ। ਮੈਨੂੰ ਲੱਗਦਾ ਕਿ ਇੱਕ ਰੱਸੇ ਨਹੀਂ ਬੰਨੇ ਜਾ ਸਕਦੇ। ਫਿਰ ਵੀ ਬਹੁ ਗਿਣਤੀ ਜੇ ਸਿਸਟਮ ਲੱਚਰ ਹੋਇਆ, ਇਹ ਕਰਪਟ ਹੋਇਆ, ਇਹਦੇ 'ਚ ਖਾਮੀਆਂ ਆਈਆਂ, ਤਾਂ ਕਿਤੇ ਤਾਂ ਦੋਸ਼ ਦੇਣਾ ਪਊ। ਪਰ ਮੈਂ ਗੱਲ ਕਰਨ ਲੱਗਿਆ ਜਿਹੜੀ ਕਿ ਬਦਲਾਅ ਦੀ, ਜੇ ਇਸ ਗੱਲ ਨੂੰ ਪ੍ਰਵਾਨ ਵੀ ਕਰ ਲਈਏ, ਸੁਣਿਆ ਇੱਥੇ ਵੀ ਲਬੇੜੋ ਰਣਨੀਤੀ ਤੁਰ ਪਈ। ਇਮਾਨਦਾਰ ਅਫਸਰ ਤੇ ਚੁੱਪ ਕਰਕੇ ਬੈਠੇ ਆ, ਲੇਕਿਨ ਜਿਨ੍ਹਾਂ ਨੂੰ ਡਰ ਸਤਾਉਂਦਾ ਹੈ, ਜਿਨ੍ਹਾਂ ਨੂੰ ਵਧੀਆ ਪੋਸਟਾਂ ਚਾਹੀਦੀਆਂ, ਜਿਨ੍ਹਾਂ ਦੇ ਅੰਦਰ ਦੇ ਕੁਝ ਪੁਰਾਣੇ ਭਰਮ ਪਏ ਨੇ, ਉਹਨਾਂ ਨੇ ਦੌੜ ਲਾ ਲਈ। ਤੇ ਇੱਥੇ ਵੀ ਕੁਝ ਵਿਚੋਲੇ ਕਿਸਮ ਦੇ ਬੰਦੇ ਤੁਰ ਪਏ। ਭਗਵੰਤ ਮਾਨ ਨੂੰ ਬੇਨਤੀ ਆ ਵੀ ਜੇ ਮੰਨ ਲਓ ਤੁਹਾਡੀ ਸਰਕਾਰ ਬਣ ਜਾਂਦੀ ਹੈ ਜਿਸ ਤਰ੍ਹਾਂ ਦੀ ਗੱਲ ਆ, ਹਾਲਾਂਕਿ ਸੱਟਾ ਬਾਜ਼ਾਰ ਨੇ ਮਗਰਲੇ ਟਾਈਮ ਤੇ BJP ਨੇ ਜਿਹੜੇ ਕੁਝ ਦਾਅ ਪੇਚ ਖੇਡਿਆ, ਉਹਨਾਂ ਦਾ ਵਿੱਚ ਧਿਆਨ ਰੱਖਿਆ ਕਿ ਨਹੀਂ। ਡੇਰਿਆਂ ਦੀਆਂ ਵੋਟਾਂ, ਮਰਹੂਮ ਦੀਪ ਸਿੱਧੂ ਵਾਲਾ ਫੈਕਟਰ, ਜਿਹੜੀ ਅਕਾਲੀ ਦਲ ਨੂੰ ਕੁਝ ਵੋਟ ਸ਼ਿਫਟ ਹੋਣ ਦੀ ਗੱਲਾਂ, ਇਹ ਸਾਰੀਆਂ ਪਤਾ ਨਹੀਂ ਉਹ ਕਾਲੇ ਬਾਜ਼ਾਰ ਦੇ ਵਿੱਚ ਡਿਸਕਸ ਹੋਈਆਂ ਕਿ ਨਹੀਂ। ਪਰ ਜੇ ਸਰਕਾਰ ਬਦਲਾਅ ਵਾਲੀ ਬਣ ਜਾਂਦੀ ਆ, ਕਹਿੰਦੇ ਜੁਗਾੜਬੰਦੀਆਂ ਹੋਣ ਲੱਗ ਪਈਆਂ, ਲੋਕਾਂ ਦਾ ਭਰਮ ਸਿੱਧ ਨਾ ਹੋ ਜੇ, ਬਦਲਾਅ ਬਦਲੂ ਕੱਖ ਨਹੀਂ ਹੁੰਦਾ। ਭਾਸਕਰ ਸਾਹਿਬ ਗੱਲ ਅੱਗੇ ਤੋਰੋ, ਇੰਨੀ ਲੰਬੀ ਗੱਲ ਕਰਾਇਆ, ਮੈਨੂੰ ਆਪ ਆਪਣੇ ਤੇ ਖਿਝ ਆਉਣ ਲੱਗੀ। ਕੀ ਕਹਿੰਦੇ ਹੋ? ਨਹੀਂ, ਦੇਖੋ, ਪੰਜਾਬ ਦੀ ਰਾਜਨੀਤੀ ਦੇ ਵਿੱਚ ਕੁਝ ਦਿਨ ਪਹਿਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਕਿਹਾ ਸੀ ਦਬੜੂ ਕੁਸੜੂ ਦੀ ਰਾਜਨੀਤੀ, ਅੱਜ ਲਵੇੜੂ ਦੀ ਰਾਜਨੀਤੀ, ਤੀਜਾ ਜੁਗਾੜਬੰਦੀ। ਤਿੰਨਾਂ ਚੀਜ਼ਾਂ ਪੰਜਾਬ ਦੀ ਰਾਜਨੀਤੀ ਤੋਂ ਵੱਖਰੇ ਕਰਕੇ ਨਹੀਂ ਦੇਖੀ ਜਾ ਸਕਦੀ।
ਪੰਜਾਬ ਦੇ ਵਿੱਚ ਦਬੜੂ ਕਸੁੜੂ ਦੀ ਵੀ ਰਾਜਨੀਤੀ ਚੱਲਦੀ ਹੈ, ਲਬੇੜੋ ਦੀ ਰਾਜਨੀਤੀ ਭਾਵੇਂ ਅਫਸਰ ਕਰਦੇ ਨੇ ਪਰ ਉਹਦੇ ਵਿੱਚ ਪੋਲੀਟੀਸ਼ੀਅਨਸ ਵੀ ਇਨਵੋਲਵ ਹੁੰਦੇ ਨੇ, ਔਰ ਪੋਲੀਟੀਸ਼ੀਅਨਾਂ ਨੂੰ ਹੀ ਲਬੇੜੋ ਦੀ ਰਾਜਨੀਤੀ ਦੇ ਵਿੱਚ ਲਬੇੜ ਕੇ ਅੱਗੇ ਤੋਰਿਆ ਜਾਂਦਾ ਹੈ। ਫਿਰ ਤੀਜੀ ਗੱਲ ਜਿਹੜੀ ਕਿ ਜੁਗਾੜਬੰਦੀ, ਆਹ ਤੇ ਪੰਜਾਬ ਦੇ ਵਿੱਚ ਸਦਾ ਹੀ ਚੱਲਦੀ ਰਹੀ ਹੈ। ਹੁਣ ਗੱਲ ਲਬੇੜੋ ਦੀ ਕੀਤੀ ਹੈ, ਤੇ ਜਿਹੜਾ ਤੁਸੀਂ ਬੇਅੰਤ ਸਿੰਘ ਉਹਨਾਂ ਦੀ ਘਟਨਾ ਦੱਸੀ, ਔਰ 2017 ਦੇ ਵਿੱਚ 27 ਗਨਮੈਨ ਐਮਐਲਏ ਨੂੰ ਦੇਣਾ, ਹੁਣ ਇੱਕ ਬਦਲਾਵ ਦੀ ਰਾਜਨੀਤੀ ਦੇ ਇੱਕ ਅੰਤਿਮ ਚਰਨ ਦੇ ਵਿੱਚ ਪੰਜਾਬ ਖੜਾ ਹੈ। ਜਿਸ ਤਰ੍ਹਾਂ ਤੁਸੀਂ ਸੱਟੇ ਬਾਜ਼ਾਰ ਦੀ ਗੱਲ ਕੀਤੀ, 62 ਤੋਂ 64, ਹੋਰ ਵੀ ਕਈ ਸਰਵੇ ਹੈਗੇ ਨੇ, ਕੋਈ 66 ਵੀ ਸੀਟਾਂ ਦੇ ਰਿਹਾ ਹੈ, ਕੁਝ ਲੋਕ ਗੱਲਾਂ ਕਰਦੇ ਨੇ ਵੀ 80 ਸੀਟਾਂ ਵੀ ਆ ਜਾਣਗੀਆਂ, ਕੁਝ ਕਹਿੰਦੇ ਆ 55 ਤੇ ਰਹਿ ਜਾਣਗੀਆਂ, ਕੁਝ ਕਹਿੰਦੇ ਨੇ ਜਿਹੜੀ ਹੰਗ ਅਸੈਂਬਲੀ ਆਉਣ ਤੇ ਭਾਜਪਾ ਸਰਕਾਰ ਬਣਾਏਗੀ। ਯਾਨੀ 10 ਤਰੀਕ ਤੱਕ ਤਮਾਮ ਇਸ ਤਰੀਕੇ ਦੀ ਗੱਲਾਂ ਲੋਕ ਕਰ ਰਹੇ ਨੇ, ਆਪਣੀ ਆਪਣੀ ਪਾਰਟੀ ਨੂੰ ਅੱਗੇ ਦਿਖਾਉਣ ਦੀ ਕੋਸ਼ਿਸ਼ ਹੈ। ਉਹ ਭਾਵੇਂ 10 ਤਰੀਕ ਤੱਕ ਹੀ ਹੋਏ, ਕਿਉਂਕਿ 10 ਤਰੀਕ ਨੂੰ ਤਾਂ ਰਿਜ਼ਲਟ ਆ ਜਾਣੇ ਆ, ਕੌਣ ਅੱਗੇ ਕੌਣ ਪਿੱਛੇ, ਕੌਣ 골ਡ ਮੈਡਲ, ਕੌਣ ਸਿਲਵਰ ਤੇ ਕੌਣ ਬ੍ਰੌਂਜ਼, ਉਹ ਤੇ ਉਸ ਦਿਨ ਡਿਸਾਈਡ ਹੋ ਜਾਣਾ। ਪਰ ਹਾਂ, ਅਫਸਰ ਜਿਸ ਤਰੀਕੇ ਦੀ ਗੱਲਾਂ ਕਰ ਰਹੇ ਨੇ ਉਹਦੇ ਵਿੱਚ ਲਬੇੜੋ ਸ਼ਬਦ ਬੜਾ ਮਹੱਤਵ ਰੱਖਦਾ ਹੈ। ਰੰਧਾਵਾ ਜੀ, ਮੈਨੂੰ ਇੱਕ ਵਾਰ ਕੋਈ ਅਫਸਰ ਦਾ ਇੱਕ ਸਬੋਰਡੀਨੇਟ ਮਿਲਿਆ ਤੇ ਉਹ ਕਹਿੰਦੇ ਕਿ ਸਾਡੇ ਅਫਸਰ ਬਹੁਤ ਵਧੀਆ ਅਫਸਰ ਹੈ ਜੀ, ਬਹੁਤ ਵਧੀਆ ਅਫਸਰ ਹੈ, ਔਰ ਉਸ ਅਫਸਰ ਦੀ ਜਿਹੜੀ ਇੱਕ ਤਰੀਕੇ ਨਾਲ ਜਿਹੜੀ ਮਾਰਕੀਟ ਦੇ ਵਿੱਚ ਗੱਲ ਚੱਲਦੀ ਸੀਗੀ ਜਾਂ ਸਰਕਲ ਦੇ ਵਿੱਚ ਗੱਲ ਚੱਲਦੀ ਸੀ ਵੀ ਬੜਾ ਕਰਪਟ ਅਫਸਰ ਹੈ। ਕਹਿੰਦਾ ਜੀ ਨਹੀਂ ਜੀ, ਸਾਡੇ ਅਫਸਰ ਤੇ ਹੈ ਹੀ ਮਾੜੀ ਜੀ ਗੱਲ ਅੱਗੇ ਸ਼ੁਰੂ ਕੀਤੀ, ਕਹਿੰਦੇ ਜੀ ਦੇਖੋ ਸਿੱਧੀ ਗੱਲ ਹੈਗੀ ਹੈ, ਸਾਨੂੰ ਏਦਾਂ ਦੇ ਅਫਸਰ ਬਹੁਤ ਪਸੰਦ ਹੈ ਜਿਹੜੇ ਸਾਨੂੰ ਵੰਗਾਰਾਂ ਪਾਣ ਤੇ ਅਸੀਂ ਅੱਗੇ ਪਾਈਏ। ਬਈ ਉਹ 100 ਦੀ ਮੰਗ ਕਰਦੇ ਨੇ, ਆਪਾਂ 1000 ਇਕੱਠੇ ਕਰਦੇ ਨੇ, 100 ਉਹਨਾਂ ਨੂੰ ਦੇ ਦਿੰਦੇ ਨੇ, 900 ਸਾਡੇ ਬਣ ਜਾਂਦੇ ਨੇ। ਤੇ ਇਹ ਲਬੇੜੋ ਦੀ ਰਾਜਨੀਤੀ ਦਾ ਹੀ ਇੱਕ ਪਾਰਟ ਹੈ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ, ਔਰ ਉਹ ਰਾਜਨੀਤੀ ਪੰਜਾਬ ਦੇ ਵਿੱਚ ਹੁਣ ਸ਼ੁਰੂ ਹੋ ਗਈ ਹੈ। ਕਿਹਨੂੰ ਲਬੇੜਨਾ ਹੈ, ਕਿੱਦਾਂ ਲਬੇੜਨਾ ਹੈ, ਕਿਹਦੇ ਥਰੂ ਲਬੇੜਨਾ ਹੈ, ਉਹਦੇ ਪਿੱਛੇ ਅਫਸਰ ਲੱਭਦੇ ਪਏ ਨੇ। ਅਫਸਰ ਹੀ ਨਹੀਂ, ਇੰਡਸਟਰੀਲਿਸਟ ਵੀ, ਹੋਰ ਬਿਜ਼ਨਸਮੈਨ ਵੀ ਉਹਨਾਂ ਲੋਕਾਂ ਦੀ ਤਲਾਸ਼ ਵਿੱਚ ਹੈਗੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਬਹੁਤ ਨੇੜੇ ਹੋਣ। ਕੁਝ ਤੇ ਡਾਇਰੈਕਟ ਮਿਲ ਲੈਂਦੇ ਹੋਣਗੇ, ਕੁਝ ਵਾਇਆ। ਉਹ ਜਿਹੜੇ ਵਾਇਆ ਵਾਲੀ ਗੱਲ ਹੈਗੀ ਹੈ ਨਾ, ਚੰਡੀਗੜ੍ਹ ਦੇ ਵਿੱਚ ਤੁਸੀਂ ਅੱਜ ਉਹ ਗੋਲਫ ਕਲੱਬ ਦੇ ਵਿੱਚ ਜਾ ਕੇ ਬਹਿ ਜਾਓ, ਉੱਥੇ ਕਹਿੰਦੇ ਕਿ ਵੱਡੇ ਵੱਡੇ ਬੰਦੇ ਆਉਂਦੇ ਨੇ, ਬਿਜ਼ਨਸਮੈਨ ਵੀ ਆਉਂਦੇ ਨੇ, ਅਫਸਰ ਵੀ ਆਉਂਦੇ ਨੇ। ਉੱਥੇ ਗੱਲਾਂ ਹੀ ਇਹ ਚੱਲਦੀ ਪਈ ਹੈ ਵੀ ਸਰਕਾਰ ਕਿਹਦੀ ਬਣੇਗੀ, ਔਰ ਉਹ ਅਫਸਰ ਇਹ ਗੱਲਾਂ ਦੀ ਕੰਸੋਲ ਲੈਣ ਦੀ ਕੋਸ਼ਿਸ਼ ਕਰ ਰਹੇ ਵੀ ਆਪਾਂ ਜੁਗਾੜ ਕਿੱਦਾਂ ਬਣਾਈਏ। ਜੁਗਾੜਬੰਦੀ ਦੀ ਗੱਲ ਕੀਤੀ ਸੀਗੀ, ਉਹ ਜੁਗਾੜਬੰਦੀ ਦੀ ਪੂਰੀ ਨੀਂਹ ਰੱਖੀ ਜਾ ਚੁੱਕੀ ਹੈ। ਹੁਣ ਤੇ ਗੱਲ ਲਬੇੜੋ ਤੱਕ ਪਹੁੰਚ ਗਈ ਹੈ। ਹਾਂਜੀ ਭਾਸਕਰ ਸਾਹਿਬ, ਇਹਦੇ 'ਚ ਇੱਕ ਚੀਜ਼ ਜੋ ਤੁਸੀਂ ਗੋਲਫ ਕਲੱਬ ਦੀਆਂ ਰੰਗੀਨੀਆਂ ਦਾ ਜ਼ਿਕਰ ਕਰਦੇ ਹੋ, ਮੈਨੂੰ ਵਿਛੀ ਹੋਈ ਘਾਹ ਦੇ ਉੱਤੇ ਪੰਜਾਬ ਦੇ ਸੁਪਨੇ ਤੁਰੇ ਜਾਂਦੇ ਦਿਸਦੇ ਆ। ਪਰ ਮੈਂ ਸੋਚਦਾ ਵੀ ਪੰਜਾਬੀਆਂ ਨੂੰ ਘੱਟ ਹੀ ਉੱਥੇ ਕਿਤੇ ਅੰਦਰ ਜਾਣ ਦਾ ਮੌਕਾ ਮਿਲਦਾ। ਮੈਂ ਕਚੀਚੀਆਂ ਜਿਹੀਆਂ ਲੈ ਕੇ ਸੋਚਦਾ ਕਿਸੇ ਦਿਨ ਅਸੀਂ ਵੀ ਉੱਥੇ ਹਰੀ ਹਰੀ ਘਾਹ ਤੇ ਬਹਿ ਕੇ ਪ੍ਰੋਗਰਾਮ ਕਰੀਏ। ਪਰ ਮੈਂ ਬੇਨਤੀ ਇਹ ਕਰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਪੰਜਾਬੀ ਵਾਲੇ ਇੱਧਰ ਖਾਸ ਤੌਰ ਤੇ ਪੰਜਾਬੀਆਂ ਨੂੰ ਸਤਰਕ ਹੋਣ ਦੀ ਲੋੜ ਆ। ਵੱਡੇ ਬਦਲਾਅ ਦੀ ਖਾਹਿਸ਼ ਨਾਲ ਆਉਣ ਵਾਲਿਆਂ ਦੇ ਸਾਹਮਣੇ ਚੁਣੌਤੀਆਂ ਵੀ ਵੱਡੀਆਂ ਹੋਣਗੀਆਂ, ਪਰ ਪਤਾ ਲੱਗਿਆ ਹੈ ਕਿ ਚੰਡੀਗੜ੍ਹ ਦੇ ਘੇਰਿਆਂ ਦੇ ਆਸ-ਪਾਸ ਕੁਝ ਨਵੇਂ ਲੀਡਰ ਜਿਹੜੇ ਆਮ ਆਦਮੀ ਪਾਰਟੀ ਦੇ ਬਣੇ ਨੇ, ਆਪਾਂ ਨਾਂ ਨਹੀਂ ਲੈਣਾ, ਉਹਨਾਂ ਦੀ ਅਫਸਰਾਂ ਨਾਲ ਬਹੁਤ ਚੰਗੀ ਸਾਂਝ ਆ, ਬਹੁਤ ਲੋੜਾਂ ਰਹਿੰਦੀਆਂ, ਪੁਰਾਣੇ ਸਮਿਆਂ ਦੀਆਂ ਲੋੜਾਂ ਨੇ, ਪੁਰਾਣੇ ਸਮਿਆਂ ਦੇ ਸਾਂਝਾ ਰਿਸ਼ਤੇ ਉਹ ਪਲਣੀਆਂ ਸ਼ੁਰੂ ਹੋ ਗਈਆਂ, ਮੇਲ ਮੁਲਾਕਾਤਾਂ ਦਾ ਸਿਲਸਿਲਾ ਬਣ ਗਿਆ, ਬਹੁਤ ਸਾਰੀਆਂ ਚੀਜ਼ਾਂ ਅੱਗੇ ਵੱਧ ਰਹੀਆਂ ਨੇ। ਇਹਨਾਂ ਦਾ ਜ਼ਿਕਰ ਤੇ ਫਿਕਰ ਪੰਜਾਬ ਵਾਲਿਆਂ ਨੂੰ ਹੈਗਾ ਕਿ ਨਹੀਂ? ਗੱਲ ਦਿੱਲੀ ਦੀ ਵੀ ਚੱਲਦੀ ਹੈ, ਦਿੱਲੀ ਦੀ ਲੀਡਰਸ਼ਿਪ ਦੀ ਵੀ ਚੱਲਦੀ ਹੈ। ਖੈਰ ਛੱਡ ਦਈਏ, ਇੰਨੀ ਕੀ ਬਹੁਤ ਆ ਕਿ ਪੰਜਾਬ ਦੇ ਨਾਲ ਤੇ ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਕੋਈ ਐਸੀ ਧਨਾੜ ਕਲਾਸ ਵੀ ਪੈਦਾ ਹੋ ਗਈ ਹੈ ਜਿਹੜੀ ਪੁਲ ਦਾ ਚੰਗਾ ਕੰਮ ਕਰ ਲੈਂਦੀ ਹੈ। ਅੱਗੇ ਦੱਸਿਓ ਹੁਣ ਜ਼ਰਾ। ਨਹੀਂ, ਬਿਲਕੁਲ ਅਸੀਂ ਨਾਂ ਬਿਲਕੁਲ ਨਹੀਂ ਲੈਣਾ। ਉਹ ਬੜੇ ਵੱਡੇ ਬੜੇ ਅਮੀਰ ਪੋਲੀਟੀਸ਼ੀਅਨ ਮੰਨੇ ਜਾਂਦੇ ਨੇ ਤੇ ਕਈ ਪਾਰਟੀਆਂ ਵੀ ਚੇਂਜ ਕਰ ਚੁੱਕੇ ਨੇ, ਪਰ ਆਪਾਂ ਨਾਂ ਬਿਲਕੁਲ ਨਹੀਂ ਲੈਣਾ। ਉਹਨਾਂ ਦੇ ਰਾਹੀਂ ਅੱਗੇ ਗੱਲ ਤੋਰੀ ਜਾ ਰਹੀ ਹੈ, ਔਰ ਕੁਝ ਤੁਰ ਵੀ ਗਈ ਹੈ। ਆਪਾਂ ਨਾਂ ਬਿਲਕੁਲ ਨਹੀਂ ਲੈਣਾ। ਤੇ ਹੁਣ ਮੈਨੂੰ ਲੱਗਦਾ ਕਿ ਇਹ ਤੇ ਹਮੇਸ਼ਾ ਹੀ ਹੁੰਦਾ ਹੈ ਰੰਧਾਵਾ ਜੀ, ਆਪਾਂ ਕੋਈ ਨਵੀਂ ਰਿਆਇਤ ਪੰਜਾਬ ਦੇ ਵਿੱਚ ਨਹੀਂ ਪਾ ਰਹੇ। ਸਰਕਾਰ ਬਣਨ ਦੀ ਸੂਹ ਲੱਗਦੇ ਹੀ ਸਭ ਤੋਂ ਜ਼ਿਆਦਾ ਅਫਸਰ ਤੇਜ਼ ਹੁੰਦੇ ਨੇ, ਔਰ ਅਫਸਰ ਹੀ ਕਿਉਂ, ਇੰਡਸਟਰੀਲਿਸਟ, ਬਿਜ਼ਨਸਮੈਨ, ਕਈ ਤਰੀਕੇ ਦੇ ਕੰਮ ਅੜੇ ਹੁੰਦੇ ਨੇ, ਕਈ ਚੀਜ਼ਾਂ ਪਾਸ ਕਰਾਉਣੀ ਹੁੰਦੀ ਹੈ, ਕਈ ਫੇਲ ਕਰਾਉਣੀ ਹੁੰਦੀ ਹੈ। ਉਹ ਕੰਮ ਤੁਰ ਪਿਆ, ਗੱਲ ਦਿੱਲੀ ਤੱਕ ਜਾ ਰਹੀ ਹੈ ਹੁਣ। ਔਰ ਤੁਸੀਂ ਅੱਜ ਵੀ ਜਿਹੜੇ ਇੱਕ ਤਰੀਕੇ ਨਾਲ ਬੜੇ ਵੱਡੇ ਅਫਸਰਾਂ ਦੀ ਗੱਲ ਕਰੀਏ, ਜਿਹਨੂੰ ਕਹਿੰਦੇ ਆ ਬੜੇ ਧੜਾਕੇਦਾਰ ਅਫਸਰ ਨੇ, ਉਹ ਤੁਹਾਨੂੰ ਦਿੱਲੀ ਮਿਲਣਗੇ। ਜਾਂ ਫਿਰ ਗੋਲਫ ਕਲੱਬ ਦੀ ਗੱਲ ਤੇ ਮੈਂ ਕਰਕੇ ਹਟਿਆ ਹੀ ਹਾਂ। ਚਲੋ ਇਹ ਹੁੰਦਾ ਹੈ ਰੰਧਾਵਾ ਜੀ, ਆਪਾਂ ਛੱਡੀਏ।
ਇਹਨਾਂ ਗੱਲਾਂ ਦੇ ਮਗਰ ਪਵਾਂਗੇ ਤੇ ਗੱਲ ਬਹੁਤ ਦੂਰ ਤੱਕ ਜਾਏਗੀ, ਵਾਪਸ ਲੈ ਕੇ ਆਣੀ ਔਖੀ ਹੋ ਜਾਏਗੀ। ਵਾਪਸ ਲਿਆਓ ਫਿਰ ਇਹ 62 64 ਵਾਲੀ ਕਾਂਗਰਸ ਨੂੰ ਉਹ 24 25 ਮਤਲਬ 30 ਦੇ ਥੱਲੇ ਨਿਬੇੜ ਦਿੰਦੇ ਆ, ਅਕਾਲੀ ਦਲ ਨੂੰ ਉਹ 25 ਦੇ ਥੱਲੇ ਨਿਬੇੜ ਦਿੰਦੇ ਆ। ਇਹਦੇ ਵਿੱਚ ਵੈਸੇ ਸੱਚ ਕਿੰਨਾ ਕਿ ਗਰਾਊਂਡ ਰਿਐਲਿਟੀ ਕਦੇ ਕਦੇ ਭਾਸਕਰ ਸਾਹਿਬ ਸੌਂਗ ਲੈਣੀ ਚਾਹੀਦੀ ਹੈ, ਕਦੇ ਕਦੇ ਟੋਲ ਕੇ ਵੀ ਵੇਖ ਲੈਣਾ ਚਾਹੀਦਾ ਕਿਤੇ ਅਸੀਂ ਗਲਤ ਤਾਂ ਨਹੀਂ। ਮੈਨੂੰ ਇਸ ਗੱਲ ਦੀ ਗਰਾਊਂਡ ਰਿਐਲਿਟੀ ਇਸ ਗੱਲ ਦੀ ਲੱਗਦੀ ਤੇ ਹੈ ਕਿ ਇਹ ਪੰਜਾਬ ਦੇ ਵਿੱਚ ਕਿਸੇ ਵੀ ਇਲਾਕੇ ਤੋਂ ਇਦਾਂ ਦੀ ਖਬਰ ਨਹੀਂ ਆ ਰਹੀ ਕਿ ਆਮ ਆਦਮੀ ਪਾਰਟੀ ਦੀ ਉੱਥੇ ਪ੍ਰੈਜ਼ੈਂਸ ਨਹੀਂ ਹੈ। ਔਰ ਜਿਸ ਏਰੀਏ ਦੇ ਵਿੱਚ ਆਮ ਆਦਮੀ ਪਾਰਟੀ ਦੀ ਆਪਾਂ ਮੰਨ ਕੇ ਚੱਲਨੇ ਆ ਵੀ ਉੱਥੋਂ ਨਹੀਂ ਜਿੱਤਣਗੇ, ਉੱਥੇ ਵੀ ਤੁਸੀਂ ਦੂਜਾ ਰਾਊਂਡ ਮਾਰਦੇ ਹੋ ਨਾ, ਉੱਥੇ ਵੀ ਗੱਲਾਂ ਆਉਂਦੀ ਹੈ ਕਿ ਵੀ ਵੋਟ ਭਾਜੀ ਬਹੁਤ ਪਏ ਨੇ, ਜਿੱਤੂਗਾ ਨਹੀਂ ਜਿੱਤੂਗਾ ਪਤਾ ਨਹੀਂ, ਵੋਟ ਬਹੁਤ ਪਏ ਨੇ। ਫਿਰ ਉਹਨਾਂ ਕੌਂਸਟੀਚੁਐਂਸੀ ਦੇ ਵਿੱਚ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਜਿੱਥੇ ਆਮ ਆਦਮੀ ਪਾਰਟੀ ਸਿੱਧੀ ਟੱਕਰੀ ਸੀਗੀ, ਉਹਨਾਂ ਕੌਂਸਟੀਚੁਐਂਸੀ ਦੇ ਵਿੱਚ 10 50 20 ਵੋਟਾਂ ਤੋਂ ਗੱਲ ਕਰਨ ਤੋਂ ਬਾਅਦ ਲੱਗਦਾ ਹੈ ਕਿ ਵੀ ਨਹੀਂ ਇੱਥੇ ਆਮ ਆਦਮੀ ਪਾਰਟੀ ਜਿੱਤੇਗੀ, ਕਿਉਂਕਿ 20 ਬੰਦਿਆਂ ਤੋਂ ਗੱਲ ਕਰਨ ਤੋਂ ਬਾਅਦ ਜਦ ਤੁਹਾਨੂੰ 18 ਬੰਦੇ ਇੱਕੋ ਹੀ ਆਵਾਜ਼ ਵਿੱਚ ਕਹਿਣ, ਉਹ ਵੀ ਡਿਫਰੈਂਟ ਕਲਾਸ ਦੇ ਬੰਦੇ, ਉਹਦੇ ਵਿੱਚ ਰੇੜੀ ਵਾਲਾ ਵੀ ਹੈਗਾ, ਉਹਦੇ ਵਿੱਚ ਦੁਕਾਨਦਾਰ ਵੀ ਹੈਗਾ, ਬਿਜ਼ਨਸਮੈਨ ਵੀ ਹੈਗਾ, ਨੌਕਰੀ ਪੇਸ਼ੇ ਵਾਲਾ ਬੰਦਾ ਵੀ ਹੈਗਾ। ਇਸ ਆਧਾਰ ਦੇ ਉੱਤੇ ਅਸੀਂ ਕਿਸੇ ਕਨਕਲੂਜਨ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਉਸ ਕੋਸ਼ਿਸ਼ ਨੂੰ ਕਰਨ ਤੋਂ ਬਾਅਦ ਲੱਗਦਾ ਹੈ ਕਿ ਜਿਹੜੇ ਇਹ ਸੱਟੇ ਬਾਜ਼ਾਰ ਵਾਲੇ ਨਾ ਉਹ ਕੋਈ ਘਾਟੇ ਦਾ ਸੌਦਾ ਨਹੀਂ ਖੇਡ ਰਹੇ, ਔਰ ਜੇ ਸਭ ਕੁਝ ਉਦਾਂ ਹੀ ਰਿਹਾ ਜਿੱਦਾਂ ਸਾਨੂੰ ਨਜ਼ਰ ਆ ਰਿਹਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਜੇ ਨਹੀਂ ਬਣੀ ਉੱਥੇ ਵੀ ਬੜੀ ਮਜ਼ੇਦਾਰ ਗੱਲ ਹੈ ਰੰਧਾਵਾ ਜੀ, ਔਰ ਉਹਦੇ ਵਿੱਚ ਭਾਜਪਾ ਦੀ ਭਾਵੇਂ 2 ਆਏ 4 ਆਏ 5 ਆਏ 6 ਆਏ, ਪਰ ਭਾਜਪਾ ਸਰਕਾਰ ਬਣਾਏਗੀ। ਇਹਦੀ ਗੱਲਾਂ ਵੀ ਰਾਜਨੀਤਿਕ ਸਰਕਲ ਦੇ ਵਿੱਚ ਬੜੇ ਪੁਰਜੋਰ ਤਰੀਕੇ ਨਾਲ ਚੱਲ ਰਹੀ ਹੈ। ਕਿਉਂ ਨਹੀਂ ਬਣਾਏਗੀ? ਤੁਸੀਂ ਮੈਨੂੰ ਦੱਸੋ ਨਾ, ਜੇ ਹੰਗ ਅਸੈਂਬਲੀ ਆਉਂਦੀ ਹੈ, ਕਿਸੇ ਨਾਲ ਕਿਸੇ ਦਾ ਕਰੋਲਾ ਨਹੀਂ ਮਿਲਦਾ, ਕੋਈ ਵੀ ਕਿਸੇ ਨਾਲ ਗੱਠਜੋੜ ਕਰਨ ਲਈ ਤਿਆਰ ਨਹੀਂ ਹੁੰਦਾ, ਸਾਰੇ 40 ਤੋਂ 50 ਚ ਫਸ ਜਾਂਦੇ ਜਾਂ ਮੰਨ ਲਓ 40 ਦੇ ਆਸ-ਪਾਸ ਫਸ ਜਾਂਦੇ ਨੇ, ਤਾਂ ਫਿਰ ਗਵਰਨਰ ਰੂਲ ਕਿਹਦਾ ਹੈ? ਸਰਕਾਰ ਤਾਂ ਭਾਜਪਾ ਬਣਾਊ, ਭਾਵੇਂ ਸਿੱਧੇ ਤਰੀਕੇ ਨਾਲ ਬਣਾਵੇ। ਦੇਖੋ, ਜੇ ਸਰਕਾਰ ਬਣਦੀ ਨਾ ਹੋਵੇ ਤਾਂ ਸੰਵਿਧਾਨਕ ਤੌਰ ਤੇ ਤਾਂ ਇਹੀ ਹੁੰਦਾ ਹੈ ਨਾ ਕਿ ਪਹਿਲਾਂ ਤੁਸੀਂ ਸਭ ਤੋਂ ਵੱਡੀ ਪਾਰਟੀ ਨੂੰ ਸੱਦਾ ਦੇ ਦਿਓ। ਗਵਰਨਰ ਕੋਲ ਤਾਂ ਇਹੀ ਹੈ ਨਾ ਜੀ ਕਿ ਭਾਈ ਕੋਸ਼ਿਸ਼ ਕਰਕੇ ਦੇਖ ਲਓ। ਜੇ ਉਹ ਕਹਿੰਦੇ ਵੀ ਅਸੀਂ ਸੱਦਾ ਪ੍ਰਵਾਨ ਨਹੀਂ ਕਰਨਾ ਜਾਂ ਉਹ ਪ੍ਰਵਾਨ ਕਰਕੇ ਬਹੁਮਤ ਸਾਬਤ ਨਹੀਂ ਕਰ ਪਾਉਂਦੇ, ਫਿਰ ਵੀ ਗਵਰਨਰ ਰੂਲ ਲੱਗਣਾ ਹੈ। ਸਵਾਲ ਇਹ ਹੈ ਕਿ ਗਵਰਨਰ ਇਹ ਵੀ ਕਹਿ ਸਕਦੇ ਆ ਕਿ ਸਭ ਤੋਂ ਵੱਡੀ ਪਾਰਟੀ ਨੂੰ ਵੀ ਆਪਣੇ ਕੋਲ ਮੈਜੋਰਟੀ ਦਿਖਾਓ, ਬਹੁਮਤ ਦਾ ਅੰਕੜਾ ਵੀ ਤੁਹਾਨੂੰ ਸਮਰਥਨ ਕਿਹਦਾ ਹੈ। ਨਹੀਂ ਤਾਂ ਫਿਰ 15 ਕੁ ਦਿਨ, ਹਫ਼ਤੇ 10 ਦਿਨ ਦੀ ਪ੍ਰਕਿਰਿਆ ਤੋਂ ਬਾਅਦ ਅਗਲੇ ਗਵਰਨਰ ਸਾਹਿਬ ਨੂੰ ਤਾਕਤਾਂ ਦੇ ਦੇਣਗੇ ਤੇ ਅਫਸਰ ਫਿਰ ਮੰਤਰੀਆਂ ਦਾ ਕੰਮ ਵੀ ਦੇਖਣਗੇ। ਹੁਣ ਉਹ 6 ਮਹੀਨੇ ਅੱਗੇ ਚੱਲਦੀ ਹੈ ਗੱਲ, ਕਿੰਨੇ ਮਹੀਨੇ ਚੱਲਦੀ ਹੈ, ਉਦੋਂ ਫਿਰ ਸਭ ਕਾਲੇ ਚਿੱਟੇ ਬਾਜ਼ਾਰ ਸਭ ਫੇਲ ਹੋ ਜਾਣਗੇ ਤੇ ਭਾਜਪਾ ਵਾਲੇ ਪਾਸ ਹੋ ਜਾਣਗੇ। ਕੀ ਕਹਿੰਦੇ ਹੋ ਰੰਧਾਵਾ ਜੀ? ਸਭ ਤੋਂ ਇੰਟਰਸਟਿੰਗ ਗੱਲ ਹੈਗੀ ਹੈ ਕਿ ਗਵਰਨਰ ਰੂਲ ਦੀ ਗੱਲ ਹੀ ਨਹੀਂ ਚੱਲ ਰਹੀ। ਗੱਲ ਤੇ ਭਾਜਪਾ ਆਗੂਆਂ ਦੇ ਥਰੂ ਇਹ ਚੱਲ ਰਹੀ ਹੈ ਵੀ ਸਰਕਾਰ ਭਾਜਪਾ ਬਣਾਏਗੀ। ਅੱਛਾ, ਉਹਦੇ ਵਿੱਚ ਗਵਰਨਰ ਰੂਲ ਲਾਣਗੇ ਨਹੀਂ ਲਾਣਗੇ ਉਹਦੀ ਕੋਈ ਗੱਲ ਨਹੀਂ ਕਰ ਰਿਹਾ। ਜਿਸ ਤਰ੍ਹਾਂ ਮੈਂ ਪਹਿਲੇ ਵੀ ਕਹਿ ਚੁੱਕਿਆ, ਭਾਵੇਂ 5-7 ਸੀਟਾਂ ਹੀ ਆ ਜਾਣ ਤੇ ਭਾਜਪਾ ਸਰਕਾਰ ਬਣਾਏਗੀ। ਤੁਹਾਨੂੰ ਪਤਾ ਹੈ ਬਹੁਤ ਸਾਰੀ ਗੱਲਾਂ ਇਸ ਟਾਈਮ ਰਾਜਨੀਤਿਕ ਸਰਕਲ ਦੇ ਵਿੱਚ ਚੱਲ ਰਹੀ ਹੈ। ਕਈ ਤਰੀਕੇ ਦੇ ਬਰੀਫ ਕੇਸ ਤਿਆਰ ਕੀਤੇ ਜਾ ਰਹੇ ਨੇ, ਕਈ ਤਰੀਕੇ ਦੇ ਸੂਟਕੇਸ ਤਿਆਰ ਕੀਤੇ ਜਾ ਰਹੇ ਨੇ। ਬਰੀਫ ਕੇਸ ਦੇ ਵਿੱਚ ਕੁਝ ਫਾਈਲਾਂ ਹੈਗੀਆਂ, ਸੂਟਕੇਸ ਦੇ ਵਿੱਚ ਕੁਝ ਤੁਹਾਨੂੰ ਪਤਾ ਹੀ ਹੈ ਕੀ ਹੋ ਸਕਦਾ ਹੈ। ਤੁਹਾਡਾ ਮਤਲਬ ਈਡੀ ਤੇ ਬਾਕੀ ਚੀਜ਼ਾਂ ਇਹ ਸੂਟਕੇਸ ਤੇ ਹੈ, ਫਾਈਲਾਂ ਤੇ ਇਹ ਉਹ। ਭਾਸਕਰ ਸਾਹਿਬ ਕਿਉਂ ਡਰਾਉਂਦੇ ਹੋ, ਐਵੇਂ ਹਾਲ ਜੇ ਪਾਉਂਦੇ ਹੋ? ਇਲੈਕਸ਼ਨ ਲੜਨੀ ਬਹੁਤ ਔਖੀ ਹੁੰਦੀ, ਬੜਾ ਪੈਸਾ ਲੱਗਦਾ। ਅਗਲੇ ਇਲੈਕਸ਼ਨ ਲੜੀ ਆ, ਹੁਣ ਸ਼ਾਂਤੀ ਨਾਲ ਬੈਠੇ ਆ, ਆਰਾਮ ਨਾਲ ਦਿਲ ਠੰਡਾ ਹੋਇਆ ਕਿ ਹੁਣ ਤਾਂ ਲੰਘ ਗਈ ਇਲੈਕਸ਼ਨ, ਹੁਣ ਕਿਹੜੇ ਕੇਸ ਕੂਸ ਹੋਣੇ ਆ, ਹੁਣ ਕਿਹੜੇ ਕਿਸੇ ਦੇ ਖਿਲਾਫ ਜਾਂਚ ਹੋਣੀ ਆ, ਹੁਣ ਤਾਂ ਵੇਟ ਹੋਣੀ ਆ, ਤੇ ਤੁਸੀਂ ਡਰਾਈ ਜਾਂਦੇ ਹੋ। ਨਹੀਂ, ਹੁਣ ਤੇ ਖੇਲ ਸ਼ੁਰੂ ਹੋਇਆ ਰੰਧਾਵਾ ਜੀ। ਜੇ ਕਿਤੇ 2 4 5 7 ਸੀਟਾਂ ਵੀ ਕਿਸੇ ਵੱਡੀ ਪਾਰਟੀ ਦੀ ਜਿਹੜੀ ਸਰਕਾਰ ਬਣਾਉਣ ਦੇ ਕਰੀਬ ਵੀ ਪਹੁੰਚ ਜਾਏ, ਔਰ ਉਹ ਖਾਸ ਕਰਕੇ ਆਮ ਆਦਮੀ ਪਾਰਟੀ ਹੋਏ, ਤੇ ਮੈਨੂੰ ਨਹੀਂ ਲੱਗਦਾ ਕਿ ਵੀ 5-7 ਬੰਦਿਆਂ ਦਾ ਵੀ ਅਰੇਂਜਮੈਂਟ ਹੋਣ ਦੇਣਗੇ ਭਾਜਪਾ ਵਾਲੇ। ਪਰ ਚਲੋ ਆਪਾਂ ਨਾਂ ਨਾ ਲਈਏ ਪੋਲੀਟੀਕਲ ਪਾਰਟੀ ਦਾ, ਕਿਉਂਕਿ ਉਹ ਅੰਦਰ ਦੀ ਗੇਮ ਖੇਡ ਰਹੀ ਹੈ। ਯਾਨੀ ਜਦ ਹਰਦੀਪ ਪੁਰੀ ਉਹਨਾਂ ਇਸ ਗੱਲ ਨੂੰ ਕਲੇਮ ਕਰਦੇ ਨੇ ਕਿ 65 ਵਿੱਚੋਂ ਅਸੀਂ ਅੱਧੀਆਂ ਵੀ ਸੀਟਾਂ ਲੈ ਜਾਈਏ ਤੇ ਸਰਕਾਰ ਤੇ ਅਸੀਂ ਬਣਾਵਾਂਗੇ, ਤੁਸੀਂ ਇਸ ਕਲੇਮ ਤੋਂ ਹੀ ਅੰਦਾਜ਼ਾ ਲਾ ਲਓ ਕਿ ਬਾਕੀ ਦੀ ਸੀਟਾਂ ਕਿੱਥੋਂ ਲੈਣ। ਤੁਸੀਂ ਰੰਧਾਵਾ ਜੀ ਬੜੇ ਸਿੱਧੀ ਗੱਲਾਂ ਕਰਦੇ ਹੋ ਵੀ ਗਵਰਨਰ ਰੂਲ, ਇਨਡਾਇਰੈਕਟ ਸਰਕਾਰ। ਅਗਲੇ ਡਾਇਰੈਕਟ ਗੱਲਾਂ ਕਰਦੇ ਨੇ, ਤੁਸੀਂ ਇਨਡਾਇਰੈਕਟ ਪਾ ਰਹੇ ਹੋ ਉਹਨਾਂ ਨੂੰ। ਨਹੀਂ, ਉਹ ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੁਸੀਂ ਜਿਹੜੀ ਗੱਲ, ਆਪਾਂ ਦੇਖੋ ਇਹ ਤਾਂ ਐਵੇਂ ਚੋਲ ਮੋਲ ਹੁੰਦੇ ਆ, ਗੱਲ ਇੰਨੀ ਨਹੀਂ ਹੈਗੀ ਕਿ ਅਸੀਂ ਕਿਸੇ ਨੂੰ ਬਲੇਮ ਕਰਦੇ ਆ। ਕਹਿੰਦੇ ਆ
ਪਹਿਲਾਂ ਕਹਿੰਦੇ ਹੁੰਦੇ ਸੀ ਪਿਆਰ ਤੇ ਜੰਗ ਦੇ ਵਿੱਚ ਸਭ ਜਾਇਜ਼ ਆ, ਅੱਜ ਕੱਲ ਵਿੱਚ ਕਹਿੰਦੇ ਸਿਆਸਤ ਜੋੜ ਲਓ, ਇਹ ਤੋਂ ਬਿਨਾਂ ਗੱਲ ਅਧੂਰੀ ਰਹਿ ਜਾਂਦੀ ਹੈ। ਵੀ ਸਿਆਸਤ ਵਿੱਚ ਵੀ ਸਭ ਜਾਇਜ਼ ਆ, ਔਰ ਕੇਂਦਰੀ ਸੱਤਾ ਕੋਲ ਹੋਵੇ ਤੇ ਅਗਲੇ ਕਰਨਗੇ ਵੀ ਕਿਉਂ ਨਾ। ਪਰ ਮੈਂ ਇੱਕ ਹੋਰ ਕਨਸੋ ਸੁਣੀ, ਮੇਰੇ ਕੋਲ ਇਹ ਵੀ ਕਨਸੋ ਹੈ, ਕਹਿੰਦੇ ਆ ਵੀ ਕੇਂਦਰੀ ਸੱਤਾ ਚਾਹੁੰਦੀ ਆ ਵੀ ਇਹਨਾਂ ਸਭ ਨੂੰ ਅਲੱਗ ਥਲੱਗ ਪਾ ਦਿਓ। ਜੇ ਆਮ ਆਦਮੀ ਪਾਰਟੀ ਘੋੜੀ ਨਾ ਚੜ ਸਕੇ, ਇਹ ਮੁੜ ਕੇ ਕਦੀ ਵੀ ਨਾ ਘੋੜੀ ਚੜ ਸਕੇ, ਇੱਥੋਂ ਤੱਕ ਲਿਆਓ। ਕਹਿੰਦੇ ਕਾਂਗਰਸ ਨੂੰ ਵੀ ਕਾਂਗਰਸ ਮੁਕਤ ਭਾਰਤ ਦੇ ਨਾਅਰੇ ਚ ਅੱਗੇ ਲਿਆਓ। ਪਰ ਇਹ ਦੋਵੇਂ ਵੀ ਕਿਤੇ ਕਹਿੰਦੇ ਮੀਟਿੰਗਾਂ ਮੂਟਿੰਗਾਂ ਦੀ ਗੱਲ ਚੱਲੀ ਹੈ ਕਿ ਅੰਦਰ ਖਾਤੇ ਵਿਚੋਲੀਏ ਪਏ ਆ, ਕਿ ਦੋਵੇਂ ਹੀ ਰਗੜੇ ਜਾਓਗੇ, ਜੇ ਨਹੀਂ ਗੱਲ ਬਣਦੀ ਤੇ ਰਲ ਰੁਲ ਜਾਇਓ। ਇੰਜ ਦੀਆਂ ਗੱਲਾਂ ਵੀ ਚੱਲਦੀਆਂ। ਬਿਲਕੁਲ ਬਿਲਕੁਲ, ਇੰਜ ਦੀਆਂ ਗੱਲਾਂ ਵੀ ਚੱਲ ਰਹੀਆਂ। ਤੁਸੀਂ ਦੇਖੋ ਪੰਜਾਬ ਦੇ ਵਿੱਚ ਟਰਾਂਸਪੋਰਟ ਡਿਪਾਰਟਮੈਂਟ ਦੇ ਨਿਸ਼ਾਨੇ ਤੇ ਸੀਗੀ ਬੱਸਾਂ। ਅੱਜ ਉਹਨਾਂ ਬੱਸਾਂ ਦੀ ਮੰਗ ਵੀ ਵੱਧ ਗਈ, ਕਿਉਂਕਿ ਗਰਮੀ ਅੱਗੇ ਵੱਧ ਰਹੀ ਹੈ। 10 ਮਾਰਚ ਤੋਂ ਬਾਅਦ ਸ਼ਾਇਦ ਗਰਮੀ ਥੋੜੀ ਜਿਹੀ ਹੋਰ ਵੱਧ ਜਾਏ, ਤੇ ਏਸੀ ਬੱਸਾਂ ਦਾ ਵੀ ਇੰਤਜ਼ਾਮ ਹੋ ਰਿਹਾ ਹੈ। ਜੇ ਤੁਸੀਂ ਬੱਸਾਂ ਕਰਨਾਟਕਾ ਦੇ ਵਿੱਚ ਜਾਂ ਫਿਰ ਗੋਆ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ ਜਾਂਦੀਆਂ ਆਉਂਦੀਆਂ ਦੇਖੀਆਂ ਹੋਣਗੀਆਂ ਕਿ ਵੀ ਫਲਾਣੇ ਰਿਜ਼ੋਰਟ ਤੇ ਬੱਸਾਂ ਲੈ ਗਏ। ਮੈਨੂੰ ਲੱਗਦਾ ਪੰਜਾਬ ਦੇ ਵਿੱਚ ਵੀ ਕੋਈ ਐਦਾਂ ਦਾ ਹਾਲਾਤ ਨਾ ਹੋ ਜਾਣ ਕਿ ਬੱਸਾਂ ਵਿੱਚ ਬਹਿ ਕੇ ਐਮਐਲਏ ਟਾਟਾ ਕਰਦੇ ਫਿਰਨ, ਔਰ ਉਹ ਗਏ ਕਿੱਥੇ ਗਏ ਉਹ ਸਭ ਨੂੰ ਪਤਾ ਹੋਏਗਾ। ਪਰ ਜੇ ਕਿਤੇ ਹੰਗ ਅਸੈਂਬਲੀ ਆ ਗਈ ਤੇ ਫਿਰ ਤੁਹਾਨੂੰ ਜਿਹੜੀ ਗੱਲਾਂ ਅਸੀਂ ਕਰ ਰਹੇ ਹਾਂ ਉਹ ਸਾਰੀ ਗੱਲਾਂ ਸੱਚ ਹੋਣੀਆਂ। ਇਸ ਤਰ੍ਹਾਂ ਦੀ ਗੱਲਾਂ ਦਾ ਪਤਾ ਵੀ ਲੱਗ ਰਿਹਾ ਔਰ ਇਹਦੀ ਤਿਆਰੀ ਵੀ ਪੂਰੀ ਹੈ। ਪਰ ਅਗਰ 62 64 70 80 ਵਾਲੀ ਗੱਲਾਂ ਸਹੀ ਹੋ ਗਈ ਤੇ ਫਿਰ ਉਹ ਸਾਰੀ ਬੱਸਾਂ ਦੀ ਬੱਸਾਂ, ਸੂਟਕੇਸ ਬਰੀਫਕੇਸ, ਐ ਨਹੀਂ ਹੈ ਕਿ ਉਹ ਨਹੀਂ ਚੱਲਣਗੇ, ਉਹ ਫਿਰ ਵੀ ਚੱਲਣਗੇ। ਤੁਹਾਨੂੰ ਇਹ ਵੀ ਗੱਲ ਦੱਸ ਦਵਾਂ ਰੰਧਾਵਾ ਜੀ, ਉਹਦੇ ਬਾਵਜੂਦ ਵੀ ਭਾਵੇਂ ਸਰਕਾਰ ਬਣਾਉਣ ਵਾਸਤੇ ਨਹੀਂ, ਪਾਰਟੀਆਂ ਨੂੰ ਤੋੜਨ ਵਾਸਤੇ ਉਹ ਗੱਲਾਂ ਫਿਰ ਵੀ ਚੱਲਣਗੀਆਂ। ਔਰ ਆਉਣ ਵਾਲੇ ਟਾਈਮ ਵਿੱਚ ਭਾਜਪਾ, ਔਰ ਅਗਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤੇ ਭਾਜਪਾ ਮੇਨ ਅਪੋਜੀਸ਼ਨ ਪਾਰਟੀ ਵਜੋਂ ਪੰਜਾਬ ਦੇ ਵਿੱਚ ਆਪਣੀ ਨਵੀਂ ਪਾਰੀ ਖੇਡ ਸਕਦੀ ਹੈ। 2024 ਦੇ ਆਂਦੇ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ 13 ਸੀਟਾਂ ਦੇ ਉੱਤੇ ਭਾਜਪਾ ਆਪਣੇ ਪੁਰਜੋਰ ਔਰ ਬੜੇ ਵਧੀਆ ਕੈਂਡੀਡੇਟ ਉਤਾਰਨ ਦੀ ਤਿਆਰੀ ਅੱਜ ਤੋਂ ਹੀ ਕਰ ਰਹੀ ਹੈ। ਯਾਨੀ ਗੱਲਾਂ ਤੇ ਹਜੇ ਬਹੁਤ ਸਾਰੀ ਹੈਗੀ ਹੈ ਜੋ ਕੁਝ ਪੰਜਾਬ ਦੇ ਵਿੱਚ ਹੋਣਾ ਹੈ। ਔਰ ਭਾਜਪਾ ਅਗਰ ਪੰਜਾਬ ਦੇ ਵਿੱਚ ਇਕੱਲੇ ਲੜਨ ਦਾ ਦਮ ਭਰ ਰਹੀ ਸੀ ਤੇ ਅੱਗੇ ਚੱਲ ਕੇ ਉਸ ਇਕੱਲੀ ਰਾਹ ਨੂੰ ਕਿੱਦਾਂ ਵਧੀਆ ਤਰੀਕੇ ਨਾਲ ਚਲਾਉਣਾ ਹੈ ਤੇ ਚੱਲਣਾ ਹੈ, ਉਹਦੀ ਵੀ ਤਿਆਰੀਆਂ ਨਾਲ ਦੇ ਨਾਲ ਭਾਜਪਾ ਕਰ ਰਹੀ। ਉਹ ਸਿਆਣੇ ਸਿਰ ਕਹਿੰਦੇ ਆ ਕਿ ਜੇ ਬੰਦਾ ਇੰਨਾ ਪਾਵਰਫੁਲ ਹੋਵੇ, ਜੇ ਉਹਨੇ ਉਦੋਂ ਨਹੀਂ ਕਰਨਾ ਤੇ ਕਦੋਂ ਕਰੂਗਾ। ਤੁਸੀਂ ਮੈਨੂੰ ਸਮਝਾਓ ਨਾ ਕਿ ਜੇਕਰ ਅਗਲਿਆਂ ਨੂੰ ਇਹ ਦਿਸਦਾ ਹੋਵੇ ਕਿ ਕਾਂਗਰਸ ਵਰਗੀ ਜਮਾਤ ਜਿਹਨੇ ਕਦੇ ਇਸ ਸਿੱਖ ਬਹੁ ਗਿਣਤੀ ਖਿੱਤੇ ਦੇ ਵਿੱਚ ਬਲੂ ਸਟਾਰ ਆਪਰੇਸ਼ਨ ਵਰਗੀ ਗਲਤੀ ਕੀਤੀ ਆ, ਗੁਨਾਹ ਕੀਤਾ ਹੈ, 84 ਦੇ ਕਤਲੇਆਮ ਵਰਗੀਆਂ ਗੱਲਾਂ ਹੋਈਆਂ ਨੇ, ਉਸ ਤੋਂ ਬਾਅਦ ਵੀ ਜੇ ਉਹ ਲੋਕ ਮਾਨਸਿਕਤਾ 'ਚ ਪ੍ਰਵਾਨ ਚੜ ਸਕਦੀ ਹੈ ਤੇ ਅਸੀਂ ਕਿਹੜਾ ਗੁਨਾਹ ਕੀਤਾ? ਅਸੀਂ ਕਿਸੇ ਦੀ ਨੂੰਹ ਧੀ ਨਾਲੋਂ ਘੱਟ ਕਿਉਂ? ਸਾਡੀ ਵਾਰੀ ਕਿਉਂ ਨਹੀਂ ਆ ਸਕਦੀ? ਪੰਜਾਬ ਜਰਖੇਜ ਖਿੱਤਾ ਹੈ, ਇੱਥੋਂ ਦੇ ਲੋਕ ਵੱਖ-ਵੱਖ ਫਿਰਕਿਆਂ ਦੇ ਜੇ ਕਾਂਗਰਸ ਨਾਲ ਜੁੜ ਸਕਦੇ ਆ ਤੇ ਸਾਡੇ 'ਚ ਕੀ ਖਾਮੀ ਆ? ਇੱਥੇ ਤਾਂ ਸਿੱਖ ਬੁੱਧੀਜੀਵੀਆਂ ਤੋਂ ਲੈ ਕੇ ਸਿੱਖ ਲੀਡਰਸ਼ਿਪ ਤੱਕ ਤੇ ਬਾਕੀ ਲੀਡਰਸ਼ਿਪ ਹਰ ਵਰਗ ਵਿਸ਼ੇਸ਼ ਤੋਂ, ਖਾਸ ਤੌਰ ਤੇ ਹਿੰਦੂ, ਮੈਂ ਤਾਂ ਇਹ ਵੀ ਕਹੂੰਗਾ ਕਿ ਇਹਦੇ ਵਿੱਚ ਜਿਹੜੇ ਦਲਿਤ ਆਗੂ ਵੀ ਬਹੁਤ ਜ਼ਿਆਦਾ ਨੇ ਜਿਹੜੇ ਭਾਜਪਾ ਦੇ ਨਾਲ ਚੜੇ ਨੇ। ਇਸ ਇਲੈਕਸ਼ਨ ਦੇ ਵਿੱਚ ਜੇ 5 ਜਨਵਰੀ ਵਾਲੀ ਜਿਹੜੀ ਰੈਲੀ ਸੀ ਉਹ ਪੋਸਟਪੋਨ ਨਾ ਹੁੰਦੀ ਜਾਂ ਇਸ ਤਰ੍ਹਾਂ ਦੀ ਸਥਿਤੀ 'ਚ ਨਾ ਆਉਂਦੀ ਤੇ ਸ਼ਾਇਦ ਇਹ ਕਤਾਰ ਲੰਬੀ ਹੁੰਦੀ। ਅਗਲੇ ਆਉਂਦੇ ਦਿਨਾਂ ਦੇ ਵਿੱਚ ਕਿਹੜੀ ਸੱਤਾ ਤੋਂ ਬਾਹਰ ਹੋ ਗਏ, ਉਹ ਆਪਣੀ ਇਨਿੰਗ ਨੂੰ ਸਟਰੈਂਥਨ ਕਰਨਗੇ, ਉਹ ਆਪਣੀ ਪਾਰਟੀ ਨੂੰ ਸਟਰੈਂਥਨ ਕਰਨਗੇ। ਉਹ ਤੁਹਾਡੀ ਗੱਲ ਠੀਕ ਹੈ, ਪਾਰਲੀਮੈਂਟ ਦੇ ਵਿੱਚ ਹੋ ਸਕਦਾ ਦੂਜੀਆਂ ਪਾਰਟੀਆਂ ਦੇ ਵੱਡੇ ਤੋਂ ਵੱਡੇ ਚਿਹਰੇ ਲੜਦੇ ਹੋਣ। ਜਿੱਦਾਂ ਯਾਦ ਹੈ ਇੱਕ ਵਾਰੀ ਜੇਟਲੀ ਨੂੰ ਹਰਾਉਣ ਵੇਲੇ ਅਮਰਿੰਦਰ ਸਿੰਘ ਵੀ ਆ ਗਿਆ ਸੀ, ਬੇਬੀ ਭੱਟਲ ਵੀ ਸ਼ਾਇਦ ਲੜੇ ਸੀ, ਰਵਨੀਤ ਬਿੱਟੂ ਵੀ, ਪ੍ਰਤਾਪ ਕਿਹੜਾ ਨਹੀਂ ਸੀ ਲੜਿਆ, ਸਾਰੇ ਲੜੇ ਸੀ। ਜੇ ਬੀਜੇਪੀ ਏਡੀ ਵੱਡੀ ਗੇਮ ਖੇਡਦੀ ਆ ਤੇ ਉਹਦਾ ਖੇਡਣਾ ਹੱਕ ਹੈ। ਇੱਥੇ ਤਾਂ ਸਧਾਰਨ ਜੇ ਬੰਦੇ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਸੀ ਉਹ ਵੀ ਪਾਰਟੀਆਂ ਬਣਾ ਕੇ ਲੜੇ ਨੇ, ਤੇ ਜਿਨ੍ਹਾਂ ਕੋਲ ਸਾਧਨ ਹੋਣ ਕਿਉਂ ਨਹੀਂ ਲੜਨਗੇ? ਮੇਰਾ ਮਤਲਬ ਇਹ ਨਹੀਂਗਾ, ਮੇਰਾ ਮਤਲਬ ਇਹ ਵੀ ਆ ਕਿ ਜੇ ਬੀਜੇਪੀ ਨੂੰ ਇਸ ਖਿੱਤੇ ਵਿੱਚ ਰਾਜਨੀਤੀ ਦੇ ਵਿੱਚ ਇੰਨੀ ਦਿਲਚਸਪੀ ਆ ਤਾਂ ਫਿਰ ਉਹ ਇੱਥੇ ਦੀ ਰਾਜਧਾਨੀ ਵੀ ਦੇ ਦੇ। ਇੱਥੋਂ ਨੂੰ ਰਾਜਧਾਨੀ ਜੇ ਨਹੀਂ ਦੇਣੀ ਤਾਂ ਨਵੀਂ ਬਣਾ ਦੇ। ਇੱਥੋਂ ਦੇ ਜਿਹੜੇ ਅਦਾਲਤਾਂ ਦੇ ਮਾਮਲੇ ਆ, ਖਾਸ ਤੌਰ ਦੇ ਉੱਤੇ ਪਾਣੀਆਂ ਦੇ ਮਾਮਲੇ ਆ, ਉਹਨਾਂ ਦੇ ਵਿੱਚ ਵੀ ਫੈਸਲੇ ਕਰਾ ਦੇ। ਉਹ ਕਹਿੰਦੇ ਸੀ, ਸੁਪਰੀਮ ਕੋਰਟ ਨੇ ਕਿਹਾ ਸੀ ਬਾਹਰ ਬਹਿ ਕੇ ਕਰ ਲਓ, ਤੇ ਬਹੁਤੀਆਂ ਸਟੇਟਾਂ ਦੇ ਮਸਲੇ ਜਿਹੜੇ ਆ ਉਹ ਬੀਜੇਪੀ ਕਰਾ ਸਕਦੀ ਆ ਹੱਲ। ਤੇ ਫਿਰ ਬੀਜੇਪੀ ਦੀ ਕੇਂਦਰੀ ਸੱਤਾ ਪੰਜਾਬ ਨੂੰ ਜਿਹੜਾ ਕਰਜ਼ੇ ਥੱਲੇ ਡੁੱਬਿਆ ਉਹਨੂੰ ਕੋਈ ਪੈਕੇਜ ਰਾਹਤ ਦੇਵੇ। ਪੰਜਾਬ ਦੇ ਲੋਕ ਤੁਹਾਨੂੰ ਸਮਝਣ ਤੇ ਸਹੀ ਨਾ ਵੀ ਤੁਸੀਂ ਦਰਦਮੰਦ ਹੋ ਬਈ, ਪੰਜਾਬ ਦੇ ਕੁਝ ਵੱਡੀਆਂ ਰਾਹਤਾਂ ਤੇ ਰਿਆਇਤਾਂ ਦੇਣੀਆਂ ਚਾਹੀਦੀਆਂ।
ਮੈਂ ਇਹ ਮਹਿਸੂਸ ਕਰਦਾ ਭਾਸਕਰ ਸਾਹਿਬ, ਆਖਰੀ ਟਿੱਪਣੀ ਤੁਹਾਡੇ ਤੋਂ ਲੈਣੀ ਹੈ ਕਿ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਕੁਝ ਬਦਲਣ ਵਾਲਾ ਹੈ। ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ, ਬਿਲਕੁਲ ਨਵੀਂ ਤਰ੍ਹਾਂ ਦਾ ਇੱਕ ਰਾਜ ਹੋਊਗਾ ਔਰ ਉਹਦੇ ਵਿੱਚ ਲੋਕ ਤਵੱਕੋ ਕਰਨਗੇ ਕਿ ਜਿੰਨੇ ਵੀ ਭੈੜ ਆ ਉਹ ਇੱਕਦਮ ਰੱਦ ਕਰਤੇ ਜਾਣ। ਪਰਚੀਆਂ ਦੀ ਰਾਜਨੀਤੀ, ਨਸ਼ਿਆਂ ਦਾ ਚਲਨ ਔਰ ਜਿੰਨੀ ਵੀ ਲੁੱਟ ਘਸੋਟਾ, ਜਿੰਨੀ ਵੀ ਲੀਕੇਜ ਆ, ਜਿੰਨੀ ਵੀ ਕਰਪਸ਼ਨ ਆ, ਕਿਉਂਕਿ ਇਹੀ ਸਿਗਨੇਚਰ ਸਟੈਪ ਸੀਗੇ ਆਮ ਆਦਮੀ ਪਾਰਟੀ ਦੇ, ਇਹ ਤੁਰੰਤ ਰੁਕਣ। ਜੇ ਉਹਨਾਂ ਦੀ ਨਹੀਂ ਆਉਂਦੀ ਤਾਂ ਫਿਰ ਜਿਹੜੀ ਕੋਈ ਅੰਦਰ ਰੌਲੇ ਰੱਪੇ ਵਾਲੀ ਆਉਣੀ ਉਹ ਇਹ ਕਰੇ। ਫਿਰ ਆਉਂਦੀ ਜਿਹੜੀ 6 ਮਹੀਨੇ ਜਾਂ 8 ਮਹੀਨੇ ਜਾਂ 10 ਮਹੀਨੇ ਚ ਦੁਬਾਰਾ ਇਲੈਕਸ਼ਨ ਚ ਜਾਣਾ ਪੈਣਾ, ਕੋਈ ਪਰਫਾਰਮ ਕਰਕੇ ਜਾਵੇ। ਭਾਸਕਰ ਸਾਹਿਬ ਆਖਰੀ ਟਿੱਪਣੀ ਚੱਲੀਏ ਫਿਰ ਬੰਦ ਕਰੀਏ। ਮੈਨੂੰ ਲੱਗਦਾ ਹੈ ਕਿ ਰੰਧਾਵਾ ਜੀ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ, ਪਹਿਲੀ ਗੱਲ ਤੇ ਉਹ ਸਿਰਫ ਬਦਲਾਵ ਕਰਕੇ ਆਏਗੀ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹਜੇ ਤੱਕ ਨਹੀਂ ਕੀਤੀ ਜਿਹਦੇ ਕਰਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਵੱਡਾ ਹੁੰਗਾਰਾ ਦੇਣ। ਗੱਲ ਤੇ ਦੂਜੀ ਪਾਰਟੀਆਂ ਦੀ ਨਲਾਇਕੀ ਦੀ ਹੈਗੀ ਹੈ, ਗੱਲ ਤੇ ਦੂਜੀ ਪਾਰਟੀਆਂ ਦੇ ਵਿੱਚ ਲੜਾਈ ਦੀ ਹੈਗੀ ਹੈ, ਗੱਲ ਤੇ ਦੂਜੀ ਪਾਰਟੀਆਂ ਦੇ ਨਾਕਾਮਯਾਬੀ ਦੀ ਹੁੰਦੀ ਹੈ, ਜਿਹਦੇ ਵਿੱਚ ਉਹ ਹਜੇ ਤੱਕ ਭਾਵੇਂ ਕਾਂਗਰਸ 5 ਸਾਲ ਦੀ ਸੱਤਾ ਦੇ ਵਿੱਚ ਜਾਂ ਉਸ ਤੋਂ ਪਹਿਲੇ ਅਕਾਲੀ ਦਲ ਭਾਜਪਾ 10 ਸਾਲ ਦੀ ਸੱਤਾ ਦੇ ਵਿੱਚ ਜਿਹੜੇ ਕੰਮ ਕਰਨੇ ਚਾਹੀਦੇ ਸੀ ਉਹਨਾਂ ਕੰਮਾਂ ਦੇ ਅੱਜ ਵਾਅਦੇ ਕੀਤੇ ਜਾ ਰਹੇ ਨੇ। ਤੇ ਸਵਾਲ ਤੇ ਪੈਦਾ ਹੁੰਦਾ ਹੈ ਵੀ ਵਾਅਦੇ ਕਿਉਂ? ਜੇ 5 ਸਾਲ ਦੀ ਕਾਂਗਰਸ ਸਰਕਾਰ ਤੋਂ ਬਾਅਦ ਫਿਰ ਵੀ ਤੁਸੀਂ ਵਾਅਦੇ ਹੀ ਕਰਨੇ ਤੇ ਫਿਰ ਇਹਨਾਂ ਵਾਅਦਿਆਂ ਨੂੰ ਤੇ 5 ਸਾਲ ਪਹਿਲੇ ਕੀਤਾ ਸੀਗਾ, ਤੁਸੀਂ 5 ਸਾਲ ਦੇ ਵਿੱਚ ਕੁਝ ਨਹੀਂ ਕੀਤਾ, ਫਿਰ ਵਾਅਦਿਆਂ ਤੇ ਚੜ ਕੇ ਅੱਗੇ ਆ ਰਹੇ ਹੋ। ਯਾਨੀ ਮੇਰਾ ਕਹਿਣ ਦਾ ਮਤਲਬ ਹੈ, ਜੇ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ ਹੈ ਔਰ ਅਗਰ ਉਹ ਆਪਣੇ ਕੀਤੇ ਹੋਏ ਵਾਅਦਿਆਂ ਦੇ ਉੱਤੇ ਖਰੀ ਨਹੀਂ ਉਤਰਦੀ ਤੇ ਆ ਜਿਹੜੀ ਰਵਾਇਤੀ ਪਾਰਟੀਆਂ ਇਹਨਾਂ ਦੀ ਬੜੀ ਜ਼ਬਰਦਸਤ ਵਾਪਸੀ ਵੀ ਦੇਖੀ ਜਾ ਸਕਦੀ ਹੈ, ਭਾਵੇਂ ਉਹ ਵਾਪਸੀ 2024 ਦੇ ਵਿੱਚ ਹੋਏ ਜਾਂ ਫਿਰ 2027 ਦੇ ਵਿੱਚ ਹੋਏ। ਪਰ ਹਾਂ, ਜੇ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦੇ ਭਲੇ ਵਾਸਤੇ ਕੁਝ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ, ਉਹਨਾਂ ਮੁੱਦਿਆਂ ਦਾ ਹੱਲ ਕਰਵਾਉਣ ਦੇ ਵਿੱਚ ਕਾਮਯਾਬ ਹੋ ਜਾਂਦੀ ਹੈ, ਫਿਰ ਦੂਜੀ ਪਾਰਟੀਆਂ ਵਾਸਤੇ ਅਗਲੇ 5 ਸਾਲ ਵੀ ਮੁਸੀਬਤ ਖੜੀ ਹੋ ਸਕਦੀ। ਤੁਸੀਂ ਠੀਕ ਕਹਿ ਰਹੇ ਹੋ। ਕੇਜਰੀਵਾਲ ਨੂੰ ਇੱਕ ਪੂਰੀ ਸਟੇਟ ਦੇ ਵਿੱਚ ਪਰਫਾਰਮ ਕਰਕੇ ਆਪਣੇ ਆਪ ਦਾ ਵਿਸਥਾਰ ਕਰਨ ਲਈ ਇੱਕ ਮੌਕਾ ਚਾਹੀਦਾ ਹੈ ਔਰ ਇਸ ਗੱਲ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਆਖਰੀ ਵੇਲੇ 20 ਤਰੀਕ ਤੋਂ ਪਹਿਲਾਂ 2 ਦਿਨ ਜਿਸ ਤਰ੍ਹਾਂ ਦੀ ਰਾਜਨੀਤੀ ਹੋਈ ਆ ਔਰ ਸਾਰੀਆਂ ਧਿਰਾਂ ਦੇ ਫੋਕਸ ਵਿੱਚ ਆਮ ਆਦਮੀ ਪਾਰਟੀ ਸੀਗੀ ਅਟੈਕ ਲਈ, ਇਹਦਾ ਮਤਲਬ ਬੜਾ ਸਾਫ਼ ਹੈ ਕਿ ਕੇਜਰੀਵਾਲ ਪਰਫਾਰਮ ਕਰਨਾ ਚਾਹਣਗੇ, ਪਰ ਉਹ ਕੇਂਦਰੀ ਸੱਤਾ ਦੇ ਸਹਿਯੋਗ ਬਿਨਾਂ ਪਰਫਾਰਮ ਕਿਵੇਂ ਕਰਨਗੇ? ਕਿਉਂਕਿ ਪੰਜਾਬ ਦੇ ਵਿੱਚ ਆਰਥਿਕ ਸੋਮੇ ਬਹੁਤ ਘੱਟ ਨੇ ਤੇ ਰਾਤਾਂ ਰਿਆਤਾਂ ਦੀ ਅਨਾਉਂਸਮੈਂਟ ਬਹੁਤ ਹੋ ਚੁੱਕੀ ਹੈ। ਜਿਹੜੀ ਵੀ ਸਰਕਾਰ ਆਊਗੀ ਉਹ ਆਉਂਦਿਆਂ ਵੱਡੇ ਘਾਟੇ ਨੂੰ ਫੇਸ ਕਰੂਗੀ, ਉਹਨੂੰ ਤਨਖਾਹਾਂ ਦੇਣ ਦੇ ਵੀ ਲਾਲੇ ਹੋਣਗੇ। ਪੰਜਾਬ ਦੇ ਵਿੱਚ ਕਿੰਨੀ ਕੁ ਪ੍ਰਾਪਰਟੀ ਸਰਕਾਰੀ ਪਈ ਹੈ ਜਿਹਨੂੰ ਗਹਿਣੇ ਰੱਖ ਕੇ ਤੁਸੀਂ ਕਰਜ਼ੇ ਲੈ ਸਕੋਗੇ ਮੈਨੂੰ ਨਹੀਂ ਪਤਾ, ਪਰ ਸਰਕਾਰ ਨੂੰ ਬਹੁਤ ਫੂਕ ਕੇ ਕਦਮ ਚੱਕਣੇ ਪੈਣਗੇ। ਫਿਰ ਵੀ ਉਹ ਪ੍ਰਸ਼ਾਸਨ ਦੇ ਨਜ਼ਰੀਏ ਤੋਂ ਮੈਨੂੰ ਲੱਗਦਾ ਬਿਹਤਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਤਾਂ ਕਿ ਕੇਜਰੀਵਾਲ ਵਜੋਂ ਆਪਣੇ ਆਪ ਨੂੰ ਸ਼ੋਅ ਕਰ ਸਕਣ, ਸਥਾਪਿਤ ਕਰ ਸਕਣ। ਇੱਕ ਗੱਲ ਕਹਿ ਕੇ ਮੈਂ ਗੱਲ ਖਤਮ ਕਰਨੀ ਹੈ ਕਿ ਸੱਟਾ ਬਾਜ਼ਾਰ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਇਹ ਨਰੋਲ ਅਖਬਾਰੀ ਖਬਰ ਤੇ ਜਿਹੜੀ ਸਾਡੇ ਕੋਲ ਕਟਿੰਗ ਹੈ ਉਹਦੇ ਆਧਾਰਿਤ ਆ। ਅਸੀਂ ਇਸ ਕਾਲੇ ਬਾਜ਼ਾਰ ਦਾ ABC ਵੀ ਨਹੀਂ ਜਾਣਦੇ, ਸਾਨੂੰ ਕੁਝ ਨਹੀਂ ਪਤਾ ਇਹ ਕਿਵੇਂ ਆਪਰੇਟ ਹੁੰਦਾ, ਕਿੱਥੋਂ ਚੱਲਦਾ, ਕੌਣ ਇਹਦੇ ਚ ਪਾਰਟਿਸਿਪੇਟ ਕਰਦੇ ਆ। ਲੇਕਿਨ ਸੱਟਾ ਬਾਜ਼ਾਰ ਹਰ ਜਗ੍ਹਾ ਦੇ ਉੱਤੇ ਚਰਚਾ ਚ ਰਹਿੰਦਾ ਹੈ। ਇਹ ਕਨਸੋਆਂ ਚ ਆਉਂਦਾ, ਇਸ ਮਹਿਫਲਾਂ ਦੀਆਂ ਗੱਲਾਂ ਚ ਆਉਂਦਾ ਹੈ ਕਿ ਫਲਾਣੇ ਥਾਂ ਇੰਜ ਸੋਚਿਆ ਜਾ ਰਿਹਾ, ਪਰ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਜੇ ਤੁਹਾਨੂੰ ਹੋਈ ਤਾਂ ਜ਼ਰੂਰ ਕਮੈਂਟ ਰੂਪ ਦੇ ਵਿੱਚ ਦੱਸਿਓ। ਸਰਕਾਰਾਂ ਨੂੰ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਕੰਮਾਂ ਦੇ ਉੱਤੇ ਵੀ ਆਪਣੀ ਲਗਾਮ ਕੱਸਣੀ ਚਾਹੀਦੀ ਆ। ਤੀਜੀ ਗੱਲ ਕਿ ਜਿਹੜੀ ਗੱਲ ਮੈਂ ਸਰਕਾਰਾਂ ਦੇ ਵੇਲੇ ਦੇ ਵਿੱਚ KPS ਗਿੱਲ ਦੇ ਮੌਕੇ ਮੀਟਿੰਗਾਂ ਦੀ ਕਰ ਰਿਹਾ, ਇਹਦੇ ਵੀ ਸਾਡੇ ਕੋਲ ਜਿਹੜੇ ਉਹਨਾਂ ਮੌਕਿਆਂ ਦੇ ਚਸ਼ਮਦੀਦ ਹੁੰਦੇ ਆ, ਉਹਨਾਂ ਦੀ ਜ਼ੁਬਾਨੀ, ਉਹਨਾਂ ਤੋਂ ਅੱਗੇ ਵਧੀਆਂ ਗੱਲਾਂ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ ਹੈ। ਸੋ ਸਾਡੀਆਂ ਗਲਤੀਆਂ ਨੂੰ ਪ੍ਰਵਾਨ ਕਰ ਲਿਆ ਕਰੋ ਤੇ ਤੁਸੀਂ ਵੱਡੇ ਹੋ, ਮਾਫ ਕਰਨ ਦਾ ਜਿਗਰਾ ਵਧਾ ਲਓ, ਕਿਉਂਕਿ ਜਦੋਂ ਵੀ ਬੋਲਾਂਗੇ ਕੁਝ ਤਾਂ ਗਲਤ ਬੋਲਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।